ਕੰਕਰੀਟ ਦੀਆਂ ਦੀਵਾਰਾਂ ਖੜੀਆਂ ਕਰਨੀਆਂ, ਜ਼ਮੀਨਾਂ ਦੇ ਵਿੱਚ ਸਰੀਏ ਲਗਾਉਣੇ, ਕਿੱਥੋਂ ਤੱਕ ਜਾਇਜ਼ ਹੈ ਲੀਗਲ ਪੁਆਇੰਟ ਆਫ ਵਿਊ ਦੇ ਨਾਲ? ਮੇਰੇ ਖਿਆਲ ਨਾਲ ਇੱਦਾਂ ਦੀ ਬੈਰੀਕੇਡਿੰਗ ਜਾਂ ਇਸ ਤਰ੍ਹਾਂ ਦੀ ਕੋਈ ਬਾਬ ਵਾਇਰਸ ਲਗਾਉਣੀਆਂ ਜਾਂ ਸਰੀਏ ਲਗਾਉਣੇ ਇਹ ਕਿਸੇ ਹਿਸਾਬ ਨਾਲ ਜਸਟੀਫਾਈਡ ਨਹੀਂ ਸੀ ਪੁਲਿਸ ਦਾ, ਕਿਉਂਕਿ ਇਸ ਤਰ੍ਹਾਂ ਦੀ ਕੋਈ ਨਾ ਉਹਨਾਂ ਦੀ ਇੰਟੈਂਸ਼ਨ ਹੈ। ਫੰਡਾਮੈਂਟਲ ਰਾਈਟ ਵੀ ਹੋ ਚੁੱਕਿਆ, ਇੰਟਰਨੈਟ ਸਭ ਦੀ ਅੱਜਕੱਲ ਨੀਡ ਸਰਕਾਰਾਂ ਵੱਲੋਂ ਆਪਣੀ ਮਰਜ਼ੀ ਦੇ ਨਾਲ ਉਸ ਨੂੰ ਬੰਦ ਚਾਲੂ ਕਰ ਦਿੱਤਾ ਜਾਂਦਾ। ਤੁਹਾਨੂੰ ਲੱਗਦਾ ਇਹ ਫੰਡਾਮੈਂਟਲ ਰਾਈਟ ਤੇ ਹਮਲਾ ਹੈ ਲੋਕਾਂ ਦੀ? ਜਿਸ ਤਰ੍ਹਾਂ ਤੁਸੀਂ ਕਿਸੇ ਬੰਦੇ ਦਾ ਪਾਣੀ ਬੰਦ ਨਹੀਂ ਕਰ ਸਕਦੇ, ਕਿਸੇ ਨੂੰ ਹਵਾ ਨਹੀਂ ਰੋਕ ਸਕਦੇ, ਉਹਦਾ ਫੰਡਾਮੈਂਟਲ ਰਾਈਟ ਹੈ, ਇਸ ਤਰ੍ਹਾਂ ਹੀ ਇੰਟਰਨੈਟ ਰੋਕਣਾ ਵੀ ਇੱਕ ਵਾਇਲੇਸ਼ਨ ਹੈ ਫੰਡਾਮੈਂਟਲ ਰਾਈਟਸ। 3 ਮਹੀਨੇ ਤੋਂ ਪੀਸਫੁਲੀ ਬੈਠੇ ਆ, ਹੁਣ ਵੀ ਪੀਸਫੁਲੀ ਬੈਠੇ ਆ, ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਕਲੇਮ ਨਹੀਂ ਹੈ ਕਿ ਅਸੀਂ ਕੋਈ ਅਨਲੌਫੁਲ ਕੰਮ ਕਰਨਾ। ਦਿੱਲੀ ਪੁਲਿਸ ਨੇ ਉਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲਿਆ ਹੋਇਆ, ਪ੍ਰੋਪਰ ਹਜੇ ਤੱਕ ਲਿਸਟ ਵੀ ਨਹੀਂ ਆਈ। ਤੁਹਾਨੂੰ ਕੀ ਕਾਨੂੰਨੀ ਪੱਖ ਕਹਿੰਦਾ ਕਿ ਪੁਲਿਸ ਨੂੰ ਕਿੰਨੀ ਦੇਰ ਦੇ ਵਿੱਚ ਜਦੋਂ ਕਿਸੇ ਨੂੰ ਅਰੈਸਟ ਕਰਦੇ ਆ ਤਾਂ ਕਿੰਨੀ ਦੇਰ ਵਿੱਚ ਘਰਦਿਆਂ ਨੂੰ ਇਨਫੋਰਮ ਕਰਨਾ ਪੈਂਦਾ? CRPC ਸਾਡਾ ਕਾਨੂੰਨ ਬਿਲਕੁਲ ਸਾਫ਼ ਹੈ ਕਿ ਅਰੈਸਟ ਕਰਦਿਆਂ ਸਾਰ ਇਮੀਡੀਏਟਲੀ ਜਿਹੜੀ ਅਰੈਸਟ ਦੀ ਇੰਟੀਮੇਸ਼ਨ ਤੇ ਅਰੈਸਟ ਦੀ ਗਰਾਊਂਡਸ ਜਿਹੜੀਆਂ ਨੇ ਉਹ ਅਕਿਊਜ਼ ਨੂੰ ਗਰਾਊਂਡਸ ਦੱਸਣੀਆਂ ਨੇ ਤੇ ਉਹਦੇ ਫੈਮਿਲੀ ਮੈਂਬਰ ਜਾਂ ਨੀਅਰ ਰਿਲੇਟਿਵ ਨੂੰ ਉਹਦੀਆਂ ਗਰਾਊਂਡਸ ਵੀ ਤੇ ਉਹਨੂੰ ਅਰੈਸਟ ਕਰਨ ਦਾ ਕਾਰਨ ਵੀ ਦੱਸਣਾ। ਕਿ ਲਾਲ ਕਿਲੇ ਤੇ ਉਹ ਝੰਡਾ ਲਹਿਰਾਉਣਾ ਅਨਲੌਫੁਲ ਸੀ? ਮੇਰਾ ਖਿਆਲ ਹੈ ਵੀ ਉਸ ਕਾਨੂੰਨ ਦੇ ਮੁਤਾਬਕ ਜਿਹੜੀਆਂ ਕੁਝ ਕੰਡੀਸ਼ਨਸ ਨੇ ਉਹਨਾਂ 'ਚ ਕਿਤੇ ਨਹੀਂ ਲਿਖਿਆ ਕਿ ਜਿੱਥੇ ਤਿਰੰਗਾ ਝੰਡਾ ਲਿਖਿਆ ਹੈ ਤੇ ਉਹਦੇ ਕੁਛ ਦੂਰੀ ਤੇ ਜੇ ਦੂਜਾ ਝੰਡਾ ਰੱਖਿਆ ਜਾਂਦਾ ਜਾਂ ਲਗਾਇਆ ਜਾਂਦਾ ਤੇ ਇੱਦਾਂ ਦਾ ਕੁਝ ਅਨਲੌਫੁਲ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਸਨਮਜੀਤ ਸਿੰਘ। ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ, ਪਰ ਹੁਣ ਦਿੱਲੀ ਦੇ ਵਿੱਚ ਕੁਝ ਤਸਵੀਰਾਂ ਹੋਰ ਦੇਖਣ ਨੂੰ ਮਿਲ ਰਹੀਆਂ ਨੇ। ਕਿਸਾਨ ਅੰਦੋਲਨ 'ਚ ਜਦੋਂ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ 26 ਜਨਵਰੀ ਦੀ ਟਰੈਕਟਰ ਪਰੇਡ ਕੀਤੀ ਜਾਏਗੀ, ਉਸ ਤੋਂ ਬਾਅਦ ਤਸਵੀਰਾਂ ਕੁਝ ਕਿਸਾਨ ਅੰਦੋਲਨ ਦੀਆਂ ਬਦਲ ਗਈਆਂ। ਹੁਣ ਟੀਕਰੀ ਬਾਰਡਰ ਤੋਂ ਸਿੰਘੂ ਬਾਰਡਰ ਤੋਂ ਤਸਵੀਰਾਂ ਆ ਰਹੀਆਂ ਨੇ ਕਿ ਪੁਲਿਸ ਵੱਲੋਂ ਜ਼ਮੀਨ ਦੇ ਵਿੱਚ ਤਿੱਖੇ ਕਰਕੇ ਸਰੀਏ ਗੱਡੇ ਜਾ ਰਹੇ ਆ ਤਾਂ ਕਿ ਕਿਸਾਨਾਂ ਨੂੰ ਰੋਕਿਆ ਜਾਵੇ। ਕੰਡਿਆਲੀ ਤਾਰ ਲਗਾਈ ਜਾਂਦੀ ਹੈ, ਜੋ ਅਕਸਰ ਬਾਰਡਰਾਂ ਤੇ ਤੁਸੀਂ ਦੇਖਦੇ ਹੋ ਤਾਰਾਂ ਲੱਗੀਆਂ ਹੁੰਦੀਆਂ ਨੇ, ਉਹ ਕਿਸਾਨਾਂ ਨੂੰ ਰੋਕਣ ਵਾਸਤੇ ਬੈਰੀਗੇਟਿੰਗ ਲਗਾਈ ਗਈ ਹੈ। ਔਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਜੋ ਕੰਡਿਆਲੀ ਤਾਰਾਂ ਜ਼ਮੀਨ ਦੇ ਵਿੱਚ ਸਰੀਏ ਲਗਾਉਣੇ, ਇਹ ਨੈਸ਼ਨਲ ਹਾਈਵੇ ਤੇ ਸਾਰਾ ਕੁਝ ਲੱਗ ਰਿਹਾ। ਜੋ ਦਿੱਲੀ ਜਾਣ ਦਾ ਨੈਸ਼ਨਲ ਹਾਈਵੇ ਆ ਉਸ ਤੇ ਲੱਗ ਰਿਹਾ। ਕੀ ਨੈਸ਼ਨਲ ਹਾਈਵੇ ਤੇ ਇਹ ਸਭ ਕੁਝ ਲੱਗ ਸਕਦਾ, ਸਰੀਏ ਲਗਾ ਸਕਦੇ ਨੇ? ਕਿਉਂਕਿ ਨੈਸ਼ਨਲ ਹਾਈਵੇ ਪੂਰੇ ਦੇਸ਼ ਭਰ ਦਾ, ਦੇਸ਼ ਦੀ ਰਾਜਧਾਨੀ ਦਾ ਨੈਸ਼ਨਲ ਹਾਈਵੇ ਆ ਤੇ ਸਾਰੇ ਦੇਸ਼ ਵਾਸੀਆਂ ਦਾ ਉਹ ਨੈਸ਼ਨਲ ਹਾਈਵੇ, ਤੇ ਉਸ ਤੇ ਹੀ ਇੰਨੀ ਤਕੜੀ ਬੈਰੀਗੇਟਿੰਗ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਕਿੱਲਾਂ ਲਗਾਈਆਂ ਜਾ ਰਹੀਆਂ, ਕੰਕਰੀਟ ਦੀਆਂ ਦੀਵਾਰਾਂ ਖੜੀਆਂ ਕੀਤੀ ਜਾ ਰਹੀਆਂ ਨੇ। ਕਾਨੂੰਨੀ ਪੱਖ ਦੇ ਨਾਲ ਕਿੰਨਾ ਕਿ ਸਹੀ ਹੈ, ਕੀ ਇਹ ਵਾਕਈ ਪੁਲਿਸ ਇਸ ਤਰ੍ਹਾਂ ਕਰ ਸਕਦੀ ਹੈ, ਉਹ ਜਾਣਨ ਵਾਸਤੇ ਅਸੀਂ ਐਡਵੋਕੇਟ ਇੰਦਰਪਾਲ ਸਿੰਘ ਕੋਲ ਆਏ ਹਾਂ। ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਸੱਭਰਵਾਲ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਕੰਕਰੀਟ ਦੀਆਂ ਦੀਵਾਰਾਂ ਖੜੀਆਂ ਕਰਨੀਆਂ, ਨੈਸ਼ਨਲ ਹਾਈਵੇ ਆ, ਪੂਰੇ ਦੇਸ਼ ਵਾਸੀਆਂ, ਤੁਹਾਡਾ ਵੀ ਨੈਸ਼ਨਲ ਹਾਈਵੇ, ਮੇਰਾ ਵੀ ਨੈਸ਼ਨਲ ਹਾਈਵੇ ਹੈ, ਕੰਕਰੀਟ ਦੀਆਂ ਦੀਵਾਰਾਂ ਖੜੀਆਂ ਕਰਨੀਆਂ, ਜ਼ਮੀਨਾਂ ਦੇ ਵਿੱਚ ਸਰੀਏ ਲਗਾਉਣੇ, ਕਿੱਥੋਂ ਤੱਕ ਜਾਇਜ਼ ਹੈ ਲੀਗਲ ਪੁਆਇੰਟ ਆਫ ਵਿਊ ਦੇ ਨਾਲ? ਦੇਖੋ, ਜੇ ਅਸੀਂ ਸ਼ੁਰੂ ਤੋਂ ਦੇਖੀਏ ਇਸ ਨੂੰ ਤੇ ਇਸ ਲਾਅ ਦੀ ਪ੍ਰੋਮਲਗੇਸ਼ਨ ਤੋਂ ਮੈਂ ਤੁਹਾਨੂੰ ਦੱਸਾਂ ਕਿ ਜਿਹੜਾ ਕਾਨੂੰਨ ਰਿਕੁਆਇਰਡ ਹੀ ਨਹੀਂ ਹੈ ਉਹਨੂੰ ਪ੍ਰੋਮਲਗੇਟ ਕਰ ਦੇਣਾ, ਚਾਹੇ ਉਹਨੂੰ ਇਹ ਪੋਜ਼ ਕੀਤਾ ਗਿਆ ਕਿ ਕਿਸਾਨਾਂ ਦੇ ਹੱਕ 'ਚ ਹੈ, ਇਹ ਕਿਸੇ ਵੀ ਤਰ੍ਹਾਂ ਮੇਰੇ ਖਿਆਲ ਨਾਲ ਜਸਟੀਫਾਈਡ ਨਹੀਂ ਹੈ। ਜਿਹਦੇ ਵਾਸਤੇ ਤੁਸੀਂ ਕਾਨੂੰਨ ਬਣਾਇਆ ਉਹ ਖੁਦ ਕਹਿ ਰਹੇ ਸਾਨੂੰ ਨਹੀਂ ਚਾਹੀਦਾ ਇਸ ਤਰ੍ਹਾਂ ਦਾ ਕਾਨੂੰਨ। ਇੱਕ ਫ੍ਰੈਂਚ ਜੂਰਿਸਟ ਹੋਏ ਨੇ ਮੌਂਟੈਸਕਿਊ, ਉਹਨਾਂ ਦੀ ਇੱਕ ਬੜੀ ਪੋਪੂਲਰ ਸੇਇੰਗ ਹੈ ਸਾਡੇ ਲਾਈਨ 'ਚ ਕਿ ਜਿਹੜਾ ਲਾਅ ਜਿਹੜਾ ਹੈ ਵਿਦਆਊਟ ਰਿਕੁਆਇਰਮੈਂਟ ਬਣਾਇਆ ਜਾਂਦਾ ਉਹ ਡੈਮੋਕ੍ਰੇਸੀ ਨਹੀਂ ਹੁੰਦੀ, ਉਹ ਟਾਇਰਨੀ ਹੁੰਦੀ, ਉਹ ਅਤਿਆਚਾਰ ਹੈ। ਅਤੇ ਬਣਾਉਣ ਤੋਂ ਬਾਅਦ ਜਦੋਂ ਇਹ ਕਿਸਾਨਾਂ ਨੂੰ ਅੱਗੇ ਦਿੱਤਾ ਗਿਆ, ਉਹਨਾਂ ਨੂੰ ਐਕਸੈਪਟੇਬਲ ਹੀ ਨਹੀਂ ਹੈ ਕਿ ਸਾਨੂੰ ਚਾਹੀਦਾ ਹੀ ਨਹੀਂ ਹੈ ਕਾਨੂੰਨ, ਅਤੇ ਉਹਨਾਂ ਨੂੰ ਆਪਣਾ ਲਾਸ ਨਜ਼ਰ ਆ ਰਿਹਾ ਹੈ। ਅਤੇ ਇਹਦੇ 'ਚ ਗਵਰਨਮੈਂਟ ਦੀ ਕੀ ਇਨਐਬਿਲਿਟੀ ਹੈ। ਤੁਸੀਂ ਦੇਖੋ ਵੀ 11 ਰਾਊਂਡ, ਮੋਰ ਦੈਨ 11 ਰਾਊਂਡਸ ਹੋ ਚੁੱਕੇ ਇਹਨਾਂ ਦੀ ਆਪਸ ਗੱਲਾਂ ਦੇ। ਜੇ ਇੰਨਾ ਹੀ ਫੇਵਰੇਬਲ ਲਾਅ ਸੀ ਤਾਂ ਮੇਰੇ ਖਿਆਲ ਨਾਲ ਗਵਰਨਮੈਂਟ ਨੂੰ ਹੁਣ ਤੱਕ ਕਨਵਿੰਸ ਕਰ ਚੁੱਕੇ ਹੋਣਾ ਸੀ ਕਿਸਾਨਾਂ ਨੂੰ। ਜੇ 11 ਰਾਊਂਡਸ ਦੀ ਗੱਲਾਂ ਤੋਂ ਬਾਅਦ ਵੀ ਗਵਰਨਮੈਂਟ ਕਿਸਾਨਾਂ ਨੂੰ ਇਹ ਕਨਵਿੰਸ ਹੀ ਨਹੀਂ ਕਰ ਸਕੀ ਕਿ ਇਹ ਕਾਨੂੰਨ ਤੁਹਾਡੇ ਹੱਕ 'ਚ ਹੈ ਅਤੇ ਇਹ ਕਾਨੂੰਨ ਕਿੱਥੇ ਤੱਕ ਕਾਰਗਰ ਹੈ, ਇਹ ਮੇਰੀ ਸਮਝ ਤੋਂ ਬਾਹਰ ਹੈ। ਜਿੱਥੋਂ ਤੱਕ ਹੁਣ ਰੀਸੈਂਟਲੀ ਸਾਨੂੰ ਗੱਲਾਂ ਸੁਣਨ 'ਚ ਆਈਆਂ ਕੱਲ੍ਹ ਤੋਂ ਕਿ ਹਾਈਵੇਜ਼ ਦੇ ਉੱਤੇ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਅਤੇ ਲੋਹੇ ਦੀਆਂ ਨੇਲਸ ਲਗਾ ਦਿੱਤੀਆਂ ਗਈਆਂ ਕੰਕਰੀਟ 'ਚ ਪਾ ਕੇ। ਦੇਖੋ, ਆਰਟੀਕਲ 19(1) ਜਿਹੜਾ ਹੈ ਸਾਡੀ ਕੌਂਸਟੀਟਿਊਸ਼ਨ ਦਾ ਬੜਾ ਇੰਪੋਰਟੈਂਟ ਆਰਟੀਕਲ ਹੈ। ਇਹ ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ ਦੀ ਗੱਲ ਕਰਦਾ ਹੈ, ਇਹ ਫਰੀਡਮ ਆਫ ਮੂਵਮੈਂਟ ਦੀ ਗੱਲ ਕਰਦਾ, ਤੁਸੀਂ ਕਿਤੇ ਵੀ ਮੂਵ ਕਰ ਸਕਦੇ ਹੋ। ਇਹ ਤੁਹਾਨੂੰ ਰੀਜ਼ਨੇਬਲੀ ਅਤੇ ਪੀਸਫੁਲੀ ਪ੍ਰੋਟੈਸਟ ਕਰਨ ਦਾ ਵੀ ਰਾਈਟ ਦਿੰਦਾ। ਆਰਟੀਕਲ 19(1)(b) ਦੇ ਵਿੱਚ ਤੁਹਾਡੇ ਕੋਲ ਪੀਸਫੁਲ ਪ੍ਰੋਟੈਸਟ ਕਰਨ ਦਾ ਰਾਈਟ ਵੀ ਹੈ। ਅਤੇ ਜਦੋਂ ਤੱਕ ਇਹ ਪ੍ਰੋਟੈਸਟ ਪੀਸਫੁਲ ਹੈ, ਮੇਰੇ ਖਿਆਲ ਨਾਲ ਇੰਨੀ ਜਿਹੜੀ ਬੈਰੀਕੇਡਿੰਗ ਜਾਂ ਇੰਨੀ ਜਿਹੜੀਆਂ ਬਾਬ ਵਾਇਰ ਲਗਾਈਆਂ ਨੇ ਇਹਦੀ ਮੇਰੇ ਖਿਆਲ ਕੋਈ ਜ਼ਰੂਰਤ ਨਹੀਂ ਸੀ, ਕਿਉਂਕਿ
ਪਿਛਲੇ 3 ਮਹੀਨਿਆਂ 'ਚ ਜੇ ਅਸੀਂ ਦੇਖੀਏ ਤੇ ਕੋਈ ਵੀ ਅਨਲੌਫੁਲ ਐਕਟੀਵਿਟੀ ਜਿਹੜੀ ਹੈ ਉਹ ਕਿਸਾਨਾਂ ਵੱਲੋਂ ਕੋਈ ਸਾਹਮਣੇ ਨਹੀਂ ਆਈ ਹੈ। 3 ਮਹੀਨੇ ਤੋਂ ਪੀਸਫੁਲੀ ਬੈਠੇ ਹੈ, ਹੁਣ ਵੀ ਪੀਸਫੁਲੀ ਬੈਠੇ ਹੈ। ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਕਲੇਮ ਨਹੀਂ ਹੈ ਕਿ ਅਸੀਂ ਕੋਈ ਅਨਲੌਫੁਲ ਕੰਮ ਕਰਨਾ। ਤੇ ਜਦੋਂ ਤੱਕ ਅਸੈਂਬਲੀ ਜਿਹੜੀ ਹੈ ਉਹਦਾ ਕੋਰ ਮੋਟਿਵ ਹੀ ਅਨਲੌਫੁਲ ਨਹੀਂ ਹੈ ਤਾਂ ਤੁਸੀਂ ਉਹਨੂੰ ਅਨਲੌਫੁਲ ਅਸੈਂਬਲੀ ਕਹਿ ਕੇ ਤੇ ਇਸ ਤਰ੍ਹਾਂ ਦੀ ਬੈਰੀਕੇਡਿੰਗ ਕਰਕੇ ਕੀ ਸ਼ੋਅ ਕਰਨਾ ਚਾਹੁੰਦੀ ਹੈ ਪੁਲਿਸ, ਇਹ ਮੇਰੀ ਸਮਝ ਤੋਂ ਬਾਹਰ ਹੈ। ਕਾਨੂੰਨੀ ਪੱਖ ਦੇ ਨਾਲ ਦੇਖੀਏ ਪੁਲਿਸ ਕੋਲ ਆਪਸ਼ਨਸ ਕੀ ਹੁੰਦੇ ਨੇ ਜਦੋਂ ਇਦਾਂ ਦੀ ਸਿਚੁਏਸ਼ਨ ਬਣ ਜੇ? ਚਾਹੇ 26 ਤਰੀਕ ਨੂੰ ਥੋੜੀ ਬਹੁਤੀ ਹਿੰਸਾ ਹੋਈ ਹੈ ਦਿੱਲੀ ਦੇ ਵਿੱਚ ਲਾਲ ਕਿਲੇ ਤੇ ਜੋ ਘਟਨਾ ਵਾਪਰੀ ਹੈ, ਉਸ ਤੋਂ ਬਾਅਦ ਪੁਲਿਸ ਕੋਲ ਕਾਨੂੰਨੀ ਪੱਖ ਦੇ ਨਾਲ ਕੀ ਆਪਸ਼ਨ ਸੀਗੇ, ਕੀ ਉਹਨੂੰ ਕਦਮ ਚੱਕਣੇ ਚਾਹੀਦੇ ਸੀ? ਦੇਖੋ, ਜਿਹੜਾ ਇਹ ਇੱਕ ਅਨਫੇਵਰੇਬਲ ਇਨਸੀਡੈਂਟ ਹੋਇਆ, ਕੁਝ ਵਾਇਲੈਂਸ ਦੀ ਖਬਰਾਂ ਆਈਆਂ ਨੇ, ਮੈਂ ਪਹਿਲਾਂ ਵੀ ਇਹ ਸਬਮਿਟ ਕੀਤਾ ਸੀ ਇੱਕ ਹੋਰ ਚੈਨਲ 'ਤੇ ਕਿ ਜਦੋਂ ਇਹ ਪ੍ਰੋਟੈਸਟ ਸ਼ੁਰੂ ਹੋਇਆ ਸੀ ਉਦੋਂ ਇਹਦਾ ਜਿਹੜਾ ਪਰਪਸ ਹੈ ਉਹ ਕਿਤੇ ਵੀ ਅਨਲੌਫੁਲ ਨਹੀਂ ਸੀ। 3 ਮਹੀਨੇ ਤੋਂ ਇਹ ਲੌਫੁਲ ਹੀ ਚੱਲ ਰਿਹਾ ਸੀ। ਇੱਕ ਫॉर ਦੀ ਸਪਰ ਆਫ ਮੂਮੈਂਟ ਇੱਕ ਮੌਕੇ 'ਤੇ ਆ ਕੇ ਜੇ ਕੋਈ ਇੱਕਾ ਦੁੱਕਾ ਲੋਕ ਕੋਈ ਇਸ ਤਰ੍ਹਾਂ ਦੀ ਇਨਸੀਡੈਂਟ ਕਰਦੇ ਆ ਜਿਹੜੀ ਕਿ ਨਹੀਂ ਠੀਕ ਸੀ ਤੇ ਪੁਲਿਸ ਦੀ ਡਿਊਟੀ ਬਣਦੀ ਉਹਨਾਂ ਨੂੰ ਆਇਡੈਂਟੀਫਾਈ ਕਰਨ ਦੀ, ਤੇ ਸਿਰਫ ਉਹਨਾਂ ਨੂੰ ਲਾਇਬਲ ਕੀਤਾ ਜਾ। ਤੁਸੀਂ ਸਾਰੀ ਅਸੈਂਬਲੀ ਨੂੰ ਤੁਸੀਂ ਅਨਲੌਫੁਲ ਨਹੀਂ ਕਹਿ ਸਕਦੇ। ਤੇ ਜਿੱਥੋਂ ਤੱਕ ਹੈ ਕਾਨੂੰਨ ਦੀ ਗੱਲ, ਪੁਲਿਸ ਐਕਟ ਜਿਹੜਾ ਹੈ ਉਹਦੇ ਧਾਰਾ 30, 30A ਤੇ 31 ਇਹਦੇ 'ਚ ਬੜੀਆਂ ਕਲੀਅਰ ਇੰਸਟਰਕਸ਼ਨਸ ਨੇ ਪੁਲਿਸ ਨੂੰ ਕਿ ਇਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਥੱਲੇ ਕੰਮ ਕਰਦੀ ਹੈ। ਤੇ ਜੇ ਇਸ ਤਰ੍ਹਾਂ ਦੀ ਕੋਈ ਅਸੈਂਬਲੀ ਹੁੰਦੀ ਹੈ ਤੇ ਇਹਨਾਂ ਦੀ ਡਿਊਟੀ ਬਣਦੀ ਹੈ ਕਿ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਦੇਣੀ, ਉਹਨਾਂ ਦਾ ਸਪੇਸ ਸਪੈਸੀਫਾਈ ਕਰਨੀ ਵੀ ਕਿੱਥੇ ਤੁਸੀਂ ਪ੍ਰੋਟੈਸਟ ਕਰਨਾ ਹੈ। ਜੇ ਉਹ ਮਾਰਚ ਕਰਨਾ ਚਾਹੁੰਦੇ ਤਾਂ ਉਹਨਾਂ ਨੂੰ ਬਕਾਇਦਾ ਰੂਟ ਪ੍ਰੋਵਾਈਡ ਕਰਨਾ, ਜੋ ਇਹਨਾਂ ਨੇ ਕੀਤਾ ਵੀ ਸੀ। ਤੇ ਹੁਣ ਜੇ ਕੋਈ ਵਿੱਚੋਂ ਮਿਸਲੀਡ ਹੋ ਜਾਂਦਾ ਤੇ ਇਹ ਪੁਲਿਸ ਦੀ ਹੀ ਡਿਊਟੀ ਬਣਦੀ ਸੀ ਕਿ ਤੁਸੀਂ ਦੇਖੋ ਦਿੱਲੀ ਇੰਨੀ ਕਰਾਊਡਡ ਹੈ, ਇੰਨੀ ਬਦਲ ਗਈ ਹੈ, ਤੁਸੀਂ 6 ਮਹੀਨੇ ਬਾਅਦ ਦਿੱਲੀ ਦੁਬਾਰਾ ਜਾਓ ਤੁਹਾਨੂੰ ਰਸਤੇ ਨਹੀਂ ਲੱਭਦੇ। ਤੇ ਜੇ ਕੋਈ ਵਿੱਚੋਂ 2-4 ਬੰਦੇ ਮਿਸਲੀਡ ਹੋ ਗਏ ਸੀ, ਪੁਲਿਸ ਦੀ ਡਿਊਟੀ ਬਣਦੀ ਸੀ ਉਹਨਾਂ ਨੂੰ ਲੀਡ ਕਰਕੇ ਤੇ ਉਹਨਾਂ ਦੇ ਜਿਹੜਾ ਡਿਜ਼ਾਇਰਡ ਜਾਂ ਉਹਨਾਂ ਦਾ ਅਲੋਟਡ ਰੂਟ ਸੀ ਉਹਦੇ 'ਤੇ ਉਹਨਾਂ ਨੂੰ ਰੱਖਣਾ। ਤੇ ਜੇ ਨਹੀਂ ਕਰ ਸਕਦੇ ਇਹ ਪੁਲਿਸ ਦੀ ਨਾਕਾਮਯਾਬੀ ਹੈ ਮੇਰੇ ਖਿਆਲ ਨਾਲ। ਤੇ ਜਿੱਥੋਂ ਤੱਕ ਪੁਲਿਸ ਐਕਟ ਦੀ ਗੱਲ ਹੈ, ਪੁਲਿਸ ਐਕਟ ਦੇ ਵਿੱਚ ਧਾਰਾ 30 ਜਿਹੜੀ ਹੈ ਉਹ ਕਹਿੰਦੀ ਹੈ ਕਿ ਤੁਸੀਂ ਕੋਈ ਵੀ ਜਿਹੜਾ ਪ੍ਰੋਟੈਸਟ ਹੈ ਉਹਨੂੰ ਰੈਗੂਲੇਟ ਕਰਨਾ ਹੈ, ਉਹਨੂੰ ਰੂਟਸ ਪ੍ਰੋਵਾਈਡ ਕਰਨੇ ਆ। 30A ਜਿਹੜੀ ਕਹਿੰਦੀ ਹੈ ਵੀ ਜੇ ਤੁਹਾਨੂੰ ਲੱਗਦਾ ਹੈ ਕੋਈ ਇਸ ਤਰ੍ਹਾਂ ਦੀ ਕੋਈ ਅਨਟੂਵਰਡ ਇਨਸੀਡੈਂਟ ਹੋ ਸਕਦਾ ਕੁਝ, ਤਾਂ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਕਿ ਸਾਡੇ ਕੋਲ ਲਾਇਸੈਂਸ ਲਓ ਪ੍ਰੋਟੈਸਟ ਕਰਨ ਵਾਸਤੇ। ਪ੍ਰੋਟੈਸਟ ਕਰਨ ਵਾਸਤੇ ਵੀ ਲਾਇਸੈਂਸ ਮਿਲਦਾ? ਬਿਲਕੁਲ ਜੀ, ਬਿਲਕੁਲ ਲਾਇਸੈਂਸ ਹੁੰਦਾ। ਜੇ ਉਹ ਲਾਇਸੈਂਸ ਦੀ ਵਾਇਓਲੇਸ਼ਨ ਕਰਦੀ ਹੈ ਤਾਂ ਜੁਰਮਾਨਾ ਲਾਇਆ, ਜੇ ਇੱਕਾ ਦੁੱਕਾ ਕੋਈ ਬੰਦੇ ਉਹਦੀ ਵਾਇਓਲੇਸ਼ਨ ਕਰ ਸਕਦੇ ਆ ਤੇ ਉਹਨਾਂ 'ਤੇ ਜੁਰਮਾਨਾ ਲਾਇਆ ਜਾ ਸਕਦਾ। ਪਰ ਇਹਦੇ ਇਹ ਤਾਂ ਹੋ ਗਿਆ ਪੁਲਿਸ ਐਕਟ। ਇਹਦੇ ਨਾਲ ਜਿਹੜੀਆਂ ਐਡੀਸ਼ਨਲ ਪਾਵਰਸ ਨੇ ਪੁਲਿਸ ਕੋ ਉਹ ਹੈਗੀਆਂ CRPC ਦੇ ਵਿੱਚ। CRPC ਦੇ ਵਿੱਚ ਵੀ ਤੁਸੀਂ ਪ੍ਰੀਵੈਂਟਿਵ ਐਕਸ਼ਨ ਪੁਲਿਸ ਤਾਂ ਹੀ ਲੈ ਸਕਦੀ ਜੇ ਪੁਲਿਸ ਸ਼ੋਰ ਹੈ ਕਿ ਇਹ ਜਿਹੜਾ ਪ੍ਰੋਟੈਸਟ ਹੈ ਜਾਂ ਜਿਹੜਾ ਇਹ ਮੂਵਮੈਂਟ ਹੈ ਇਹ ਅਨਲੌਫੁਲ ਹੈ ਤੇ ਇਹਦੇ 'ਚ ਕੋਈ ਅਨਟੂਵਰਡ ਇਨਸੀਡੈਂਟ ਹੋ ਸਕਦਾ। 3 ਮਹੀਨੇ ਤੋਂ ਜਦੋਂ ਤੋਂ ਕਿਸਾਨ ਬੈਠੇ ਆ ਕੋਈ ਅਨਟੂਵਰਡ ਇਨਸੀਡੈਂਟ ਨਹੀਂ, ਬਿਲਕੁਲ ਪੀਸਫੁਲੀ ਪ੍ਰੋਟੈਸਟ ਕਰ ਰਹੇ ਆ। ਉਹ ਹੋਣ ਤੋਂ ਬਾਅਦ ਇਹਦੇ ਕੀ ਪ੍ਰੀਵੈਂਟਿਵ ਐਕਸ਼ਨ ਲੈਣੇ ਆ ਮੈਂ ਨਹੀਂ ਸਮਝ ਪਾ ਰਿਹਾ। ਮੇਰੇ ਖਿਆਲ ਨਾਲ ਇੱਦਾਂ ਦੀ ਬੈਰੀਕੇਡਿੰਗ ਜਾਂ ਇਸ ਤਰ੍ਹਾਂ ਦੀ ਕੋਈ ਬਾਬ ਵਾਇਰਸ ਲਗਾਉਣੀਆਂ ਜਾਂ ਸਰੀਏ ਲਗਾਉਣੇ ਇਹ ਕਿਸੇ ਹਿਸਾਬ ਨਾਲ ਜਸਟੀਫਾਈਡ ਨਹੀਂ ਸੀ ਪੁਲਿਸ ਦਾ, ਕਿਉਂਕਿ ਇਸ ਤਰ੍ਹਾਂ ਦੀ ਕੋਈ ਨਾ ਉਹਨਾਂ ਦੀ ਇੰਟੈਂਸ਼ਨ ਹੈ। ਤੇ 3 ਮਹੀਨਿਆਂ 'ਚ ਮੇਰੇ ਖਿਆਲ ਨਾਲ ਤੁਸੀਂ ਬੜੀ ਅੱਛੀ ਤਰ੍ਹਾਂ ਸਮਝ ਸਕਦੇ ਹੋ ਕਿ ਜੇ ਜਿਹੜਾ ਪ੍ਰੋਟੈਸਟ ਹੈ ਜਿਹੜਾ ਇਹ ਬੜਾ ਪੀਸਫੁਲ ਹੈ। ਤੇ ਸਬਰੋਲ ਸਾਹਿਬ, ਜਿੱਦਾਂ 26 ਤਰੀਕ ਨੂੰ ਜੋ ਹਿੰਸਾ ਹੋਈ, ਪੁਲਿਸ ਨੇ ਕਾਫੀ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ, ਅਰੈਸਟ ਕੀਤਾ ਤੇ ਕਈ ਲੋਕਾਂ ਨੂੰ ਹਜੇ ਉਹਨਾਂ ਦੇ ਮਾਪੇ ਨੂੰ ਪਤਾ ਹੀ ਨਹੀਂ ਕਿ ਉਹਨਾਂ ਦੇ ਨੌਜਵਾਨ ਕਿੱਥੇ ਨੇ, ਲਾਪਤਾ ਨੇ, ਹਜੇ ਇਹੀ ਕਿਹਾ ਜਾ ਰਿਹਾ। ਪਰ ਇਹ ਵੀ ਨਾਲ ਖਬਰਾਂ ਆ ਰਹੀਆਂ ਨੇ ਕਿ ਕਈ ਜਿਹੜੇ ਨੌਜਵਾਨ ਨੇ 120 ਦੇ ਕਰੀਬ 130 ਦੇ ਕਰੀਬ ਦਿੱਲੀ ਪੁਲਿਸ ਨੇ ਉਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲਿਆ ਹੋਇਆ। ਪ੍ਰੋਪਰ ਹਜੇ ਤੱਕ ਲਿਸਟ ਵੀ ਨਹੀਂ ਆਈ। ਤੁਹਾਨੂੰ ਕੀ ਕਾਨੂੰਨੀ ਪੱਖ ਕਹਿੰਦਾ ਕਿ ਪੁਲਿਸ ਨੂੰ ਕਿੰਨੀ ਦੇਰ ਦੇ ਵਿੱਚ ਜਦੋਂ ਕਿਸੇ ਨੂੰ ਅਰੈਸਟ ਕਰਦੇ ਆ ਤਾਂ ਕਿੰਨੀ ਦੇਰ ਵਿੱਚ ਘਰਦਿਆਂ ਨੂੰ ਇਨਫੋਰਮ ਕਰਨਾ ਪੈਂਦਾ? ਦੇਖੋ, ਇਹ 2 ਅਲੱਗ-ਅਲੱਗ ਚੀਜ਼ਾਂ ਨੇ। ਇੱਕ ਤੇ ਕਿਸੇ ਨੂੰ ਅਰੈਸਟ ਕਰਨਾ ਤੇ ਇੱਕ ਕਿਸੇ ਬੰਦੇ ਦਾ ਮਿਸਿੰਗ ਹੋ ਜਾਣਾ, ਉਹਦੀ ਇਨਫੋਰਮੇਸ਼ਨ ਹੀ ਨਾ ਹੋਣੀ। ਜਿਹੜਾ ਇੱਕ ਬੰਦਾ ਮਿਸਿੰਗ ਹੈ, ਮੇਰਾ ਖਿਆਲ ਨਾਲ ਉਹਨਾਂ ਦੇ ਜਿਹੜੇ ਰਿਲੇਟਿਵਸ ਨੇ ਜਾਂ ਘਰ ਦੇ ਨੇ ਉਹਨਾਂ ਨੂੰ ਹਾਈ ਕੋਰਟ ਅਪਰੋਚ ਕਰਨਾ ਚਾਹੀਦਾ ਤੇ ਇੱਕ ਰਿਟ ਫਾਈਲ ਕਰਨੀ ਚਾਹੀਦੀ ਹੈ ਕਿ ਸਾਨੂੰ ਦੱਸਿਆ ਜਾਵੇ ਕਿ ਸਾਡਾ ਜਿਹੜਾ ਲੜਕਾ ਉਹ ਕਿੱਥੇ ਹੈ ਜਾਂ ਜੋ ਵੀ ਹੈ। ਤੇ ਜਿੱਥੇ ਤੱਕ ਅਰੈਸਟ ਦੀ ਗੱਲ ਹੈ, CRPC ਸਾਡਾ ਕਾਨੂੰਨ ਬਿਲਕੁਲ ਸਾਫ਼ ਹੈ ਕਿ ਅਰੈਸਟ ਕਰਦਿਆਂ ਸਾਰ ਇਮੀਡੀਏਟਲੀ ਜਿਹੜੀ ਅਰੈਸਟ ਦੀ ਇੰਟੀਮੇਸ਼ਨ ਤੇ ਅਰੈਸਟ ਦੀ ਗਰਾਊਂਡਸ ਜਿਹੜੀਆਂ ਨੇ ਉਹ ਅਕਿਊਜ਼ ਨੂੰ ਗਰਾਊਂਡਸ ਦੱਸਣੀਆਂ ਨੇ ਤੇ ਉਹਦੇ ਫੈਮਿਲੀ ਮੈਂਬਰ ਜਾਂ ਨੀਅਰ ਰਿਲੇਟਿਵ ਨੂੰ ਉਹਦੀਆਂ ਗਰਾਊਂਡਸ ਵੀ ਤੇ ਉਹਨੂੰ ਅਰੈਸਟ ਕਰਨ ਦਾ ਕਾਰਨ ਵੀ ਦੱਸਣਾ ਤੇ ਅਸੀਂ ਕਦੋਂ ਅਰੈਸਟ ਕੀਤਾ। ਇਹ ਇਮੀਡੀਏਟ ਹੁੰਦਾ।
ਇਮੀਡੀਏਟਲੀ ਉਹਨਾਂ ਨੂੰ ਦੱਸਣਾ ਜ਼ਰੂਰੀ ਹੈ। ਤੇ ਫਿਰ ਜਿਹੜਾ ਇੰਨੀ ਦੇਰ ਤੱਕ ਨਹੀਂ ਦੱਸਿਆ ਜਾ ਰਿਹਾ, ਹਜੇ ਵੀ ਨਹੀਂ ਦੱਸਿਆ ਜਾ ਰਿਹਾ, ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਨੇ ਕਿ ਜਿਹੜਾ ਵੀ ਕਿਸੇ ਦਾ ਨੌਜਵਾਨ ਲਾਪਤਾ ਹੋਇਆ, ਦਿੱਲੀ ਆਇਆ ਸੀ, ਉਹ ਸਾਨੂੰ ਸੰਪਰਕ ਕਰੇ। ਜਦੋਂ ਇੱਕ ਐਜੀ ਹਿੰਸਾ ਦਾ ਘਟਨਾ ਵਾਪਰਦੀ ਹੈ, ਕੋਈ ਸਿਚੁਏਸ਼ਨ ਬਣਦੀ ਹੈ, ਤਾਂ ਜਦੋਂ ਉਸ ਹਿੰਸਾ ਦੇ ਵਿੱਚ ਕਿਸੇ ਨੌਜਵਾਨ ਨੇ ਹਿੱਸਾ ਲਿਆ ਹੁੰਦਾ ਤੇ ਉਹ ਲਾਪਤਾ ਹੋ ਜਾਏ, ਪੁਲਿਸ ਦੀ ਵੀ ਡਿਊਟੀ ਬਣਦੀ ਹੈ ਕਿ ਉਸ ਲਾਪਤਾ ਨੌਜਵਾਨ ਦਾ ਪਤਾ ਕਰਨਾ ਵੀ ਕਿੱਥੇ ਹੈ ਕਿੱਥੇ ਨਹੀਂ, ਵੀ ਕੀ ਸਾਡੀ ਜੇ ਹਿਰਾਸਤ 'ਚ ਹੈ ਤਾਂ ਕਿਉਂ ਨਹੀਂ ਅਸੀਂ ਦੱਸਿਆ, ਇਨਫੋਰਮ ਕੀਤਾ। ਦੇਖੋ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਹੜੇ ਪ੍ਰੀਵੈਂਟਿਵ ਐਕਸ਼ਨਸ ਨੇ ਇਹ ਬਿਲਕੁਲ CRPC 'ਚ ਲਏ ਜਾ ਸਕਦੇ ਆ, ਪਰ ਉਹਦੀ ਪ੍ਰੋਵਾਈਡਡ ਕਿ ਤੁਸੀਂ ਉੱਥੇ ਧਾਰਾ 144 ਲਾਈ ਹੋਵੇ। ਜਿਸ ਤੱਕ ਮੇਰਾ ਖਿਆਲ ਹੈ ਕਿ ਉੱਥੇ ਕੋਈ ਧਾਰਾ 144 ਦਾ ਜਿਹੜੀ ਉਹ ਡਿਕਲੇਰੇਸ਼ਨ ਨਹੀਂ ਹੋਈ, ਤੇ ਜੇ ਉਹ ਨਹੀਂ ਹੋਈ ਤਾਂ ਪ੍ਰੀਵੈਂਟਿਵ ਐਕਸ਼ਨ ਲੈਣ ਦਾ ਮੈਨੂੰ ਪੁਲਿਸ ਦਾ ਕੋਈ ਕਾਨੂੰਨਨ ਕੋਈ ਬੇਸਿਸ ਨਜ਼ਰ ਨਹੀਂ ਆ ਰਿਹਾ। ਜੇ ਇੱਦਾਂ ਦੀ ਕੋਈ ਐਪਰੀਹੈਂਸ਼ਨ ਹੈ ਕਿ ਅਨਲੌਫੁਲ ਅਸੈਂਬਲੀ ਹੋ ਸਕਦੀ ਹੈ ਤੇ ਉਹਦੀ ਨੋਟਿੰਗ ਦੇ ਕੇ ਤੇ ਉਹਨੂੰ ਧਾਰਾ 144 ਲਾ ਕੇ ਉਹਨਾਂ ਨੂੰ ਕੰਡੀਸ਼ਨਸ ਦੱਸੀਆਂ ਜਾ ਸਕਦੀਆਂ ਵੀ ਤੁਹਾਡੇ ਤੇ ਆਹ ਕੰਡੀਸ਼ਨਸ ਨੇ, ਤੁਸੀਂ ਇਸ ਤਰ੍ਹਾਂ ਪ੍ਰੋਟੈਸਟ ਕਰਨਾ ਤੇ ਇਸ ਤਰ੍ਹਾਂ ਨਹੀਂ ਕਰਨਾ, ਉਹਦੀ ਵਾਇਲੇਸ਼ਨ ਤੇ ਤੁਸੀਂ ਐਕਸ਼ਨ ਲੈ ਸਕਦੇ ਹੋ, ਜਦਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ। ਤੇ ਜਿਸ ਤਰ੍ਹਾਂ ਲਾਲ ਕਿਲੇ ਦੇ ਵਿੱਚ ਇੱਕ ਧਰਮ ਵਿਸ਼ੇਸ਼ ਦਾ ਝੰਡਾ ਲਹਿਰਾਇਆ ਗਿਆ, ਜਿਸ ਨੂੰ ਸਿੱਖ ਕੌਮ ਦੇ ਵਿੱਚ ਨਿਸ਼ਾਨ ਸਾਹਿਬ ਕਹਿੰਦੇ ਨੇ, ਕਿ ਲਾਲ ਕਿਲੇ ਤੇ ਉਹ ਝੰਡਾ ਲਹਿਰਾਉਣਾ ਅਨਲੌਫੁਲ ਸੀ ਜਾਂ ਉਸ 'ਤੇ ਜੇ ਕੋਈ ਜਿਸ ਤਰ੍ਹਾਂ ਦੇ ਐਕਸ਼ਨ ਪੁਲਿਸ ਵੱਲੋਂ ਲਿੱਤੇ ਗਏ, ਕਿਉਂਕਿ ਤਿਰੰਗੇ ਦਾ ਅਪਮਾਨ ਨਹੀਂ ਹੋਇਆ, ਕਾਫੀ ਇਹ ਦੇਖਣ ਨੂੰ ਮਿਲਿਆ। ਤੇ ਜੋ ਝੰਡਾ ਲਹਿਰਾਇਆ ਗਿਆ ਕਿਸਾਨੀ ਦਾ ਤੇ ਇੱਕ ਨਿਸ਼ਾਨ ਸਾਹਿਬ ਦਾ ਝੰਡਾ ਉੱਥੇ ਲਹਿਰਾਇਆ ਗਿਆ, ਤੇ ਉਹ ਜਿਸ ਨੌਜਵਾਨ ਸੀ ਉੱਤੇ UAPA ਦੇ ਤਹਿਤ ਕੇਸ ਦਰਜ ਕੀਤਾ ਗਿਆ ਕਿ ਉੱਥੇ ਝੰਡਾ ਲਹਿਰਾਉਣਾ ਅਨਲੌਫੁਲ ਹੈ। ਦੇਖੋ, ਸਿੰਪਲੀ ਜਿਹੜਾ ਝੰਡਾ ਇੱਕ ਫਹਿਰਾਣਾ, ਜਿਹੜਾ ਜਿਸ ਤਰ੍ਹਾਂ ਕਿਹਾ ਗਿਆ ਵੀ ਇਹ ਤਿਰੰਗੇ ਦੀ ਬੇਇੱਜ਼ਤੀ ਕੀਤੀ ਗਈ ਹੈ, ਜੇ ਅਸੀਂ ਪ੍ਰੀਵੈਂਸ਼ਨ ਆਫ ਇਨਸਲਟ ਟੂ ਨੈਸ਼ਨਲ ਫਲੈਗ ਐਕਟ ਦੇਖੀਏ, ਜੋ ਸਾਡਾ ਕਾਨੂੰਨ ਹੈ, ਜਿਸ ਕਾਨੂੰਨ ਨਾਲ ਅਸੀਂ ਗਵਰਨ ਹੁੰਦੇ ਹਾਂ, ਮੇਰਾ ਖਿਆਲ ਹੈ ਵੀ ਉਸ ਕਾਨੂੰਨ ਦੇ ਮੁਤਾਬਕ ਜਿਹੜੀਆਂ ਕੁਝ ਕੰਡੀਸ਼ਨਸ ਨੇ ਉਹਨਾਂ 'ਚ ਕਿਤੇ ਨਹੀਂ ਲਿਖਿਆ ਕਿ ਜਿੱਥੇ ਤਿਰੰਗਾ ਝੰਡਾ ਲਿਖਿਆ ਹੈ ਤਾਂ ਉਹਦੇ ਕੁਝ ਦੂਰੀ 'ਤੇ ਜੇ ਦੂਜਾ ਝੰਡਾ ਰੱਖਿਆ ਜਾਂਦਾ ਜਾਂ ਲਗਾਇਆ ਜਾਂਦਾ ਤਾਂ ਇੱਦਾਂ ਦਾ ਕੁਝ ਅਨਲੌਫੁਲ ਹੈ। ਬਾਕੀ ਜੇ ਕੋਈ ਹੋਰ ਅਫੈਂਸ ਕਿਸੇ ਬੰਦੇ ਨੇ ਉਸ ਐਕਟੀਵਿਟੀ ਦੇ ਦੌਰਾਨ ਕੋਈ ਕਮਿਟ ਕੀਤਾ ਹੈ, ਕਿਸੇ ਨੂੰ ਹਾਨੀ ਪਹੁੰਚਾਈ ਹੈ ਜਾਂ ਕਿਸੇ ਨੇ ਕੋਈ ਲਾਅ ਦੀ ਵਾਇਲੇਸ਼ਨ ਜਾਂ ਕੋਈ ਰੂਲ ਦੀ ਵਾਇਲੇਸ਼ਨ ਕੀਤੀ ਹੈ, ਉਹ ਅਲੱਗ ਚੀਜ਼ ਹੈ। ਮਤਲਬ ਤਿਰੰਗੇ ਝੰਡੇ ਦੇ ਜੇ ਨੀਚੇ ਕਿਸੇ ਹੋਰ ਚੀਜ਼ ਦਾ ਆਪਾਂ ਝੰਡਾ ਲਹਿਰਾ ਦਿੱਤਾ ਤਾਂ ਉਹ ਅਨਲੌਫੁਲ ਨਹੀਂ ਹੈ। ਦੇਖੋ, ਜਿਸ ਤਰ੍ਹਾਂ ਦਾ ਮੈਨੂੰ ਪਤਾ ਲੱਗਿਆ, ਮੇਰੀ ਡਾਇਰੈਕਟ ਇਨਫੋਰਮੇਸ਼ਨ ਤਾਂ ਨਹੀਂ ਹੈ, ਪਰ ਜਿੰਨਾ ਕੁ ਮੈਨੂੰ ਸੋਸ਼ਲ ਮੀਡੀਆ ਤੋਂ ਜਾਂ ਹੋਰ ਤੋਂ ਪਤਾ ਲੱਗਿਆ ਕਿ ਉਹ ਤਿਰੰਗੇ ਝੰਡੇ ਦੇ ਕੋਲ ਨਹੀਂ ਸੀ ਜੋ ਝੰਡਾ ਫਹਰਾਇਆ ਗਿਆ। ਹੁਣ ਉਹ ਕਿਹਨੇ ਝੰਡਾ ਫਹਰਾਇਆ, ਉਹ ਕੌਣ ਸੀ, ਉਹਦੀ ਕੀ ਪਿੱਛੋਂ ਇਨਸਟੀਗੇਸ਼ਨ ਕੀ ਸੀ ਬੰਦੇ ਦੀ, ਜਾਂ ਕਿੰਨੀ ਦੂਰੀ 'ਤੇ ਝੰਡਾ ਫਹਰਾਇਆ ਗਿਆ, ਇਹ ਜਦੋਂ ਤੱਕ ਤੁਸੀਂ ਫਿਜ਼ੀਕਲੀ ਉੱਥੇ ਵਿਜ਼ਿਟ ਕਰਕੇ ਨਹੀਂ ਦੇਖਦੇ, ਇਹਦੇ ਬਾਰੇ ਕਹਿਣਾ ਮੁਸ਼ਕਿਲ ਹੈ। ਤੇ ਆਪਾਂ ਅਗਲੀ ਗੱਲ ਤੇ ਚੱਲੀਏ ਤਾਂ ਜਿਸ ਤਰ੍ਹਾਂ ਇੰਟਰਨੈਟ ਬਾਰ-ਬਾਰ ਬੰਦ ਕੀਤੇ ਜਾਂਦੇ ਨੇ, ਲੋਕਾਂ ਦੀ ਪ੍ਰਾਈਵੇਸੀ ਤੇ ਬਾਰ-ਬਾਰ ਜਿਹੜਾ ਹਮਲਾ ਕੀਤਾ ਜਾਂਦਾ ਹੈ, ਇੰਟਰਨੈਟ ਅੱਜ ਕੱਲ੍ਹ ਦੀ ਨੀਡ ਬਣ ਚੁੱਕੀ ਹੈ, ਇੱਕ ਫੰਡਾਮੈਂਟਲ ਰਾਈਟ ਵੀ ਹੋ ਚੁੱਕਿਆ, ਇੰਟਰਨੈਟ ਸਭ ਦੀ ਅੱਜ ਕੱਲ੍ਹ ਨੀਡ ਸਰਕਾਰਾਂ ਵੱਲੋਂ ਆਪਣੀ ਮਰਜ਼ੀ ਦੇ ਨਾਲ ਉਸ ਨੂੰ ਬੰਦ ਚਾਲੂ ਕਰ ਦਿੱਤਾ ਜਾਂਦਾ। ਤੁਹਾਨੂੰ ਲੱਗਦਾ ਇਹ ਫੰਡਾਮੈਂਟਲ ਰਾਈਟ ਤੇ ਹਮਲਾ ਹੈ ਲੋਕਾਂ ਦੀ? ਜੀ ਬਿਲਕੁਲ। ਦੇਖੋ, ਜਿਸ ਤਰ੍ਹਾਂ ਇਹ ਸੁਪਰੀਮ ਕੋਰਟ ਦੀਆਂ ਜਜਮੈਂਟਸ ਵੀ ਨੇ ਕਿ ਇੰਟਰਨੈਟ ਅੱਜ ਇੱਕ ਇੰਟੈਗਰਲ ਪਾਰਟ ਬਣ ਚੁੱਕਿਆ ਆਦਮੀ ਦੀ ਲਾਈਫ ਦਾ। ਜਿਸ ਤਰ੍ਹਾਂ ਤੁਸੀਂ ਕਿਸੇ ਬੰਦੇ ਦਾ ਪਾਣੀ ਬੰਦ ਨਹੀਂ ਕਰ ਸਕਦੇ, ਕਿਸੇ ਨੂੰ ਹਵਾ ਨਹੀਂ ਰੋਕ ਸਕਦੇ, ਉਹਦਾ ਫੰਡਾਮੈਂਟਲ ਰਾਈਟ ਹੈ, ਇਸ ਤਰ੍ਹਾਂ ਹੀ ਇੰਟਰਨੈਟ ਰੋਕਣਾ ਵੀ ਇੱਕ ਵਾਇਲੇਸ਼ਨ ਹੈ ਫੰਡਾਮੈਂਟਲ ਰਾਈਟ ਸੀ। ਔਰ ਮੇਰਾ ਖਿਆਲ ਹੈ ਵੀ ਇਸ ਤਰ੍ਹਾਂ ਦਾ ਕੋਈ ਕਾਰਨ ਹੈ ਨਹੀਂ ਸੀ ਜਾਂ ਇੰਨੀ ਕੋਈ ਗ੍ਰੈਵਿਟੀ ਹੈ ਨਹੀਂ ਸੀ ਕਿ ਜਿਹੜੇ ਇੰਟਰਨੈਟ ਨੇ ਉਹ ਬੰਦ ਕਰ ਦਿੱਤੇ ਜਾਣ। ਬਾਕੀ ਜਿੱਥੇ ਤੱਕ ਬੈਰੀਕੇਡਸ ਲਗਾਉਣ ਦੀ ਗੱਲ ਹੈ, ਬਾਬ ਵਾਇਰ ਲਗਾਉਣ ਦੀ ਗੱਲ ਹੈ, ਸਰੀਏ ਲਗਾਉਣ ਦੀ ਗੱਲ ਹੈ, ਇਹ ਨਾ ਸਿਰਫ ਕਿਸਾਨਾਂ ਦੇ, ਕਿਸਾਨ ਤਾਂ ਸ਼ਾਂਤੀ ਨਾਲ ਬੈਠੇ ਨੇ, ਉਹ ਤਾਂ ਕਿਤੇ ਜਾ ਨਹੀਂ ਰਹੇ। ਮੇਰਾ ਖਿਆਲ ਹੈ ਵੀ ਕਿਸਾਨਾਂ ਦੀ ਮੂਵਮੈਂਟ ਰੋਕਣ ਨਾਲੋਂ ਇਹ ਆਮ ਪਬਲਿਕ ਦੀ ਮੂਵਮੈਂਟ ਜ਼ਿਆਦਾ ਰੋਕ ਦਿੱਤੀ ਗਈ ਹੈ ਕਿ ਬਾਹਰੋਂ ਲੋਕ ਜਿਹੜੇ ਬਿਜ਼ਨਸਮੈਨ ਹੈ ਜਾਂ ਅਦਰ ਕਿਸੇ ਹੋਰ ਕਾਰਨ ਕਰਕੇ ਦਿੱਲੀ ਜਾਣਾ ਚਾਹੁੰਦੇ, ਉਹ ਜਾ ਨਹੀਂ ਸਕਦੇ। ਦਿੱਲੀ ਦੇ ਲੋਕ ਬਾਹਰ ਨਹੀਂ ਆਉਣਾ ਚਾਹੁੰਦੇ, ਤੇ ਸਿੱਧੀ ਆਮ ਪਬਲਿਕ ਦੀ ਜਿਹੜੀ ਮੂਵਮੈਂਟ ਹੈ ਉਹ ਰਿਸਟ੍ਰਿਕਟ ਕਰ ਦਿੱਤੀ ਗਈ ਹੈ। ਔਰ ਮੇਰਾ ਖਿਆਲ ਹੈ ਵੀ ਇਹ ਮੂਵਮੈਂਟ ਜਿਹੜੀ ਰਿਸਟ੍ਰਿਕਟ ਕਰਨਾ ਅਨਰੀਜ਼ਨੇਬਲ ਹੈ। ਤਾਂ ਸੱਭਰਵਾਲ ਸਾਹਿਬ, ਆਪਾਂ ਗੱਲ ਕਰ ਰਹੇ ਸੀ ਕਿ ਪ੍ਰੀਵੈਂਸ਼ਨ ਐਕਟਸ ਦਿੱਤੇ ਹੁੰਦੇ ਨੇ ਪੁਲਿਸ ਨੂੰ ਕਿ ਜਦੋਂ ਕੋਈ ਅਨਲੌਫੁਲ ਐਕਟੀਵਿਟੀ ਦੇਖਿਆ ਤਾਂ ਉਹ ਉਸਨੇ ਇਸ ਚੀਜ਼ਾਂ ਦੇ ਨਾਲ ਉਹ ਪ੍ਰੀਵੈਂਟ ਕਰਨੀ ਹੈ ਉਹ ਚੀਜ਼ਾਂ ਨੂੰ। ਪਰ ਕਈ ਵਾਰੀ ਇਹ ਵੀ ਦੇਖਣ ਨੂੰ ਮਿਲਿਆ ਕਿ ਉਹ ਪ੍ਰੀਵੈਂਸ਼ਨ ਐਕਟਸ ਵੀ ਮਿਸਯੂਜ਼ ਕੀਤੇ ਜਾਂਦੇ ਆ ਪੁਲਿਸ ਵੱਲੋਂ। ਕਿਸ ਤਰ੍ਹਾਂ ਮਤਲਬ ਫਿਰ ਇਨਸਾਫ ਮਿਲਦਾ ਲੋਕਾਂ ਨੂੰ? ਦੇਖੋ, ਹਿਸਟਰੀ ਦੇ ਵਿੱਚ ਕਾਫੀ ਇਸ ਤਰ੍ਹਾਂ ਦੇ ਕੇਸਿਸ ਹੋਏ ਨੇ ਜਿੱਥੇ ਇਹ ਪ੍ਰੀਵੈਂਟਿਵ ਪਾਵਰਸ ਜਿਹੜੀਆਂ ਨੇ ਪੁਲਿਸ ਦੀਆਂ ਇਹ ਮਿਸਯੂਜ਼ ਕੀਤੀਆਂ ਗਈਆਂ ਨੇ। ਰਾਦਰ ਮੈਂ ਇਹ ਵੀ ਕਹਾਂਗਾ ਜੇ ਅਸੀਂ ਕੇਸਿਸ ਦੀ ਹਿਸਟਰੀ ਦੇਖੀਏ ਜਾਂ ਕਰੋਨੋਲੋਜੀ ਦੇਖੀਏ ਤਾਂ ਇਹ ਰਾਦਰ ਯੂਜ਼ ਤੋਂ ਮਿਸਯੂਜ਼ ਜ਼ਿਆਦਾ ਹੋਈਆਂ ਨੇ ਪ੍ਰੀਵੈਂਟਿਵ ਪਾਵਰਸ। ਇੱਕ 1993 ਦਾ ਕੇਸ ਸੀ, ਨੀਲਾਬਾਤੀ ਬਹੇਰਾ ਉੜੀਸਾ ਦਾ ਕੇਸ ਸੀ, ਉਹਦੇ 'ਚ ਇੱਕ ਲੇਡੀ ਨੂੰ ਇੱਦਾਂ ਹੀ
ਪ੍ਰੋਟੈਸਟ ਚੋਂ ਲੈ ਕੇ ਤੇ ਸਟੇਟ ਪੁਲਿਸ ਨੇ ਉਹਨੂੰ ਟੌਰਚਰ ਕੀਤਾ ਤੇ ਉਹਦੀ ਡੈਥ ਹੋ ਗਈ ਸੀ। ਉਹਦੇ ਸਟੇਟ ਨੂੰ ਫਿਰ ਬਾਅਦ 'ਚ ਹਾਈ ਕੋਰਟ ਨੇ ਕਾਫੀ ਹੈਵੀ ਜੁਰਮਾਨਾ ਲਾਇਆ ਸੀ। ਫਿਰ ਉਸ ਤੋਂ ਬਾਅਦ ਸਾਥੀ ਸੁੰਦਰੇਸ਼ ਕਰਕੇ ਇੱਕ 2007 ਦਾ ਕੇਸ ਸੀ, ਉਹਦੇ 'ਚ ਵੀ ਇਸ ਤਰ੍ਹਾਂ ਹੀ ਹੋਇਆ। ਫਿਰ ਬੜਾ ਫੇਮਸ ਕੇਸ ਸੀ ਮੇਡਾ ਪਾਟਕਰ ਦਾ, ਇਹਦੇ 'ਚ ਸਟੇਟ ਆਫ MP ਦੇ ਅਗੇਂਸਟ ਕੇਸ ਸੀ, ਜਿਹਦੇ 'ਚ ਕੁਛ ਲੇਡੀਜ਼ ਨੂੰ ਤੇ ਬੱਚਿਆਂ ਨੂੰ ਪ੍ਰੀਵੈਂਟਿਵ ਐਕਸ਼ਨ ਦੇ ਅੰਡਰ ਅਰੈਸਟ ਕਰ ਲਿਆ ਸੀ, ਉਹਨਾਂ ਨੂੰ ਕਸਟਡੀ 'ਚ ਰੱਖਿਆ। ਹੁਣ ਉਹਦੇ 'ਚ ਵੀ ਜਦੋਂ ਇਨਕੁਆਇਰੀ ਬੈਠੀ ਤੇ ਇਨਕੁਆਇਰੀ ਨੇ ਕਿਹਾ ਵੀ ਉਹ ਲੇਡੀਜ਼ ਜਾਂ ਬੱਚਿਆਂ ਦੀ ਕੋਈ ਐਪਰੀਹੈਂਸ਼ਨ ਨਹੀਂ ਸੀ ਕਿ ਉਹ ਇਲੀਗਲ ਐਕਟੀਵਿਟੀ ਕੋਈ ਕਰ ਸਕਦੇ ਆ। ਇਹਦੇ 'ਚ ਵੀ ਸਟੇਟ ਨੂੰ ਫਿਰ ਭਾਰੀ ਕਾਫੀ ਜੁਰਮਾਨਾ ਲਗਾ ਕੇ ਤੇ ਫਿਰ ਇਹਨਾਂ ਨੂੰ ਕੰਪਨਸੇਟ ਕੀਤਾ ਗਿਆ ਸੀ। ਸੋ ਜੇ ਅਸੀਂ ਹਿਸਟਰੀ ਦੇਖੀਏ, ਕੇਸਾਂ ਦੀ ਕ੍ਰੋਨੋਲੋਜੀ ਦੇਖੀਏ, ਤਾਂ ਕਾਫੀ ਕੇਸਿਸ ਰਾਦਰ ਯੂਜ਼ ਤੋਂ ਜ਼ਿਆਦਾ ਮਿਸਯੂਜ਼ ਹੁੰਦਾ ਰਿਹਾ ਪ੍ਰੀਵੈਂਟਿਵ ਐਕਸ਼ਨ। ਸੋ ਇਹਦੇ ਵਿੱਚ ਇਹ ਸਟੇਟ ਨੂੰ ਵੀ ਬੜੇ ਕੌਨਸ਼ੀਅਸਲੀ ਚੱਲਣਾ ਪਏਗਾ ਕਿ ਜਿਹੜੀ ਪ੍ਰੀਵੈਂਟਿਵ ਪਾਵਰਸ ਉਹਨੂੰ ਲਾਅ ਨੇ ਦਿੱਤੀਆਂ ਨੇ, ਇਹ ਬੜੀ ਕੌਨਸ਼ੀਅਸਲੀ ਯੂਜ਼ ਕੀਤੀਆਂ ਜਾਣ, ਤਾਂ ਜੋ ਕਿਤੇ ਆਮ ਬੰਦੇ ਦਾ ਜਾਂ ਇੱਕ ਲਾਅ ਅਬਾਈਡਿੰਗ ਸਿਟੀਜ਼ਨ ਦਾ ਕੋਈ ਨੁਕਸਾਨ ਨਾ ਹੋਵੇ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸਨ ਸਾਡੇ ਨਾਲ ਐਡਵੋਕੇਟ ਇੰਦਰਪਾਲ ਸਿੰਘ ਸੱਭਰਵਾਲ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ। ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਤੇ ਬੈਰੀਗੇਟਿੰਗ ਕਰਨੀ, ਥੱਲੇ ਕਿੱਲਾਂ ਲਗਾਉਣੀਆਂ, ਕੰਕਰੀਟ ਦੀਆਂ ਦੀਵਾਰਾਂ ਖੜੀਆਂ ਕਰਨੀਆਂ, ਬਿਲਕੁਲ ਸਹੀ ਨਹੀਂ ਹੈਗਾ। ਜੇ ਪੁਲਿਸ ਨੂੰ ਕੋਈ ਲੱਗਦਾ ਹੈ ਕਿ ਕੋਈ ਅਨਲੌਫੁਲ ਐਕਟੀਵਿਟੀ ਹੋ ਸਕਦੀ ਹੈ ਤਾਂ ਉਹ ਉਸ 'ਤੇ ਕਿਸੇ ਹੋਰ ਤਰੀਕੇ ਦੇ ਨਾਲ ਆਪਣੇ ਵਰਤ ਸਕਦੀ ਹੈ। ਅਤੇ ਜੇਕਰ ਅੰਦੋਲਨ ਦੇ ਵਾਲਿਆਂ ਨੂੰ ਵੀ, ਅੰਦੋਲਨਕਾਰੀ ਵੀ ਪੀਸਫੁਲ ਨੇ ਅਤੇ ਉਹ ਕੋਈ ਆਪਣਾ ਮਾਰਚ ਕੱਢਣਾ ਚਾਹੁੰਦੇ ਆ ਤਾਂ ਪੁਲਿਸ ਉਹਨਾਂ ਨੂੰ ਰੂਟ ਪਲਾਨ ਦੇ ਸਕਦੀ ਹੈ ਅਤੇ ਲਾਇਸੈਂਸ ਵੀ ਇਸ਼ੂ ਕਰ ਸਕਦੀ ਹੈ ਅੰਦੋਲਨਕਾਰੀਆਂ ਨੂੰ। ਅਤੇ ਜੇਕਰ ਉਹ ਵਾਇਲੇਸ਼ਨ ਕਰਨਗੇ ਤਾਂ ਉਸ ਨੂੰ ਪੁਲਿਸ ਜੁਰਮਾਨਾ ਲਗਾ ਸਕਦੀ ਹੈ। ਪਰ ਤਸਵੀਰਾਂ ਤੁਸੀਂ ਲਗਾਤਾਰ ਜਿਸ ਤਰ੍ਹਾਂ ਦੇਖ ਰਹੇ ਹੋ ਟੀਕਰੀ ਬਾਰਡਰ ਤੋਂ, ਦਿੱਲੀ ਤੋਂ ਜਾਂ ਸਿੰਘੂ ਬਾਰਡਰ ਤੋਂ, ਕਿ ਪੁਲਿਸ ਵੱਲੋਂ ਲਗਾਤਾਰ ਕੰਡਿਆਲੀਆਂ ਤਾਰਾਂ ਲਗਾਈਆਂ ਜਾ ਰਹੀਆਂ, ਕੰਕਰੀਟ ਦੀਆਂ ਦੀਵਾਰਾਂ ਖੜੀਆਂ ਕੀਤੀਆਂ ਜਾ ਰਹੀਆਂ ਨੇ। ਤਾਂ ਵਧੇਰੇ ਅਪਡੇਟਸ ਸੀ ਸਾਡੇ ਨਾਲ ਜੁੜੇ ਰਹੋ। ਲੁਧਿਆਣਾ ਤੋਂ ਸਨਮਜੀਤ ਸਿੰਘ, ਕੈਮਰਾਮੈਨ ਵਿਪਨ ਅਰੋੜਾ ਦੇ ਨਾਲ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।